मेरे बहुत ही अजीज विद्यार्थियों, ਅੱਜ ਦੇ ਸੈਸ਼ਨ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ 10ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੇ ਭੂਗੋਲ ਭਾਗ ਵਿਚਲੇ 6ਵੇਂ ਪਾਠ ਭੂਮੀ ਵਰਤੋਂ ਅਤੇ ਖੇਤੀਬਾੜੀ ਦਾ ਭਾਗ 1 ਲੈ ਕੇ। ਮੈਂ ਹਾਂ ਤੁਹਾਡਾ ਆਪਣਾ ਦਵਿੰਦਰ ਸ਼ਰਮਾ, ਸਮਾਜਿਕ ਵਿਗਿਆਨ ਅਧਿਆਪਕ, ਜ਼ਿਲ੍ਹਾ ਕਪੂਰਥਲਾ ਤੋਂ। ਤਾਂ ਚਲੋ ਬੱਚਿਓ, ਸ਼ੁਰੂ ਕਰਦੇ ਹਾਂ ਅੱਜ ਦਾ ਇਹ ਸੈਸ਼ਨ, ਜਿਸ ਵਿੱਚ ਅਸੀਂ ਭੂਮੀ ਦੀ ਵਰਤੋਂ ਅਤੇ ਖੇਤੀਬਾੜੀ ਸੰਬੰਧੀ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਬੱਚਿਓ, ਇਸ ਤੋਂ ਪਹਿਲਾਂ ਕਿ ਅੱਜ ਦਾ ਇਹ ਸੈਸ਼ਨ ਸ਼ੁਰੂ ਕਰੀਏ, ਇਹ ਹਨ ਕੁਝ ਕੁਐਸਚਨਸ ਜਿਨ੍ਹਾਂ ਨੂੰ ਮੈਂ ਆਪਣੇ ਇਸ ਸੈਸ਼ਨ ਵਿੱਚ ਇੱਕ ਇੱਕ ਕਰਕੇ ਐਕਸਪਲੇਨ ਕਰਾਂਗਾ। ਤੁਸੀਂ ਇਹਨਾਂ ਸਭ ਕੁਐਸਚਨਾਂ ਦੀ ਜਾਂ ਤਾਂ ਇੱਕ ਫੋਟੋ ਖਿੱਚ ਲੈਣੀ ਹੈ ਜਾਂ ਇਹਨਾਂ ਨੂੰ ਨੋਟ ਕਰ ਲੈਣਾ ਹੈ। ਸੋ ਇਹਨਾਂ ਕੁਐਸਚਨ ਦੇ ਆਧਾਰ ਤੇ ਸਾਡਾ ਅੱਜ ਦਾ ਸੈਸ਼ਨ ਚੱਲੇਗਾ। ਸੋ ਇਸ ਵਿੱਚ ਪਹਿਲਾ ਕੁਐਸਚਨ ਹੈ ਕਿ ਭਾਰਤ ਦਾ ਕੁੱਲ ਖੇਤਰਫਲ ਕਿੰਨੇ ਹੈਕਟੇਅਰ ਹੈ? ਭਾਰਤ ਦਾ ਕਿੰਨਾ ਭੂ-ਭਾਗ ਜੰਗਲਾਂ ਦੇ ਹੇਠ ਹੈ? ਭਾਰਤ ਦਾ ਕਿੰਨਾ ਰਕਬਾ ਸੰਨਵੀਂ ਜ਼ਮੀਨ ਹੈ? ਭਾਰਤ ਦੇ ਕਿੰਨੇ ਪ੍ਰਤੀਸ਼ਤ ਭਾਗ ਵਿੱਚ ਖੇਤੀ ਕੀਤੀ ਜਾਂਦੀ ਹੈ? ਅਤੇ ਸੰਨਵੀਂ ਜ਼ਮੀਨ ਕਿਹੜੀ ਜ਼ਮੀਨ ਹੁੰਦੀ ਹੈ? ਸੋ ਬੱਚਿਓ, ਮੈਂ ਇਹਨਾਂ ਦਾ ਆਨਸਰ ਵੀ ਦੇਵਾਂਗਾ ਅਤੇ ਆਪਣੇ ਇਸ ਸੈਸ਼ਨ ਵਿੱਚ ਇਹਨਾਂ ਨੂੰ ਐਕਸਪਲੇਨ ਵੀ ਕਰਾਂਗਾ। ਸੋ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਸੈਸ਼ਨ। ਲਓ ਬੱਚਿਓ, ਭਾਰਤ ਦਾ ਕੁੱਲ ਖੇਤਰਫਲ ਲਗਭਗ 32.8 ਕਰੋੜ ਹੈਕਟੇਅਰ ਹੈ ਅਤੇ ਇਸ ਖੇਤਰਫਲ ਦਾ ਲਗਭਗ 92.7% ਭਾਗ ਜੋ ਹੈ ਜ਼ਮੀਨ ਦੇ ਅੰਕੜੇ ਸਾਨੂੰ ਮਿਲ ਜਾਂਦੇ ਹਨ। ਸੋ ਭਾਰਤ ਦੁਨੀਆ ਦੇ ਉਹਨਾਂ ਗਿਣੇ ਚੁਣੇ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਨਦੀਆਂ ਦੇ ਨਾਲ ਜਿਹੜੇ ਸਮਤਲ ਮੈਦਾਨ ਬਣੇ ਹੋਏ ਹਨ, ਮੈਦਾਨੀ ਇਲਾਕਾ ਹੈ, ਉੱਥੇ ਹਜ਼ਾਰਾਂ ਸਾਲਾਂ ਤੋਂ ਖੇਤੀ ਕੀਤੀ ਜਾ ਰਹੀ ਹੈ। ਪੁਰਾਤਨ ਸਮੇਂ ਤੋਂ ਹੀ ਦੇਸ਼ ਦੇ ਕੁੱਲ ਖੇਤਰਫਲ ਦਾ ਵੱਡਾ ਭਾਗ ਖੇਤੀ ਕਰਨ ਲਈ ਵਰਤਿਆ ਜਾ ਰਿਹਾ ਹੈ। ਅਤੇ ਬੱਚਿਓ, ਜਦੋਂ ਅਸੀਂ 1993 ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਦੇਸ਼ ਵਿੱਚ ਕੁੱਲ ਸ਼ੁੱਧ ਬੀਜਿਆ ਹੋਇਆ ਖੇਤਰਫਲ 14.26 ਕਰੋੜ ਹੈਕਟੇਅਰ ਸੀ। ਸੋ ਬੱਚਿਓ, ਇਸ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਸੰਸਾਰ ਦਾ ਕੋਈ ਹੋਰ ਦੂਜਾ ਦੇਸ਼ ਸਾਡੇ ਵਾਂਗ ਖੁਸ਼ਕਿਸਮਤ ਨਹੀਂ ਹੈ ਜਿੱਥੇ ਕਿ ਇੰਨੇ ਜ਼ਿਆਦਾ ਜਗ੍ਹਾ ਦੇ ਵਿੱਚ, ਇੰਨੇ ਜ਼ਿਆਦਾ ਖੇਤਰਫਲ ਦੇ ਵਿੱਚ ਖੇਤੀ ਕੀਤੀ ਜਾਂਦੀ ਹੋਵੇ। ਇਸ ਤੋਂ ਬਾਅਦ ਬੱਚਿਓ, ਅਸੀਂ ਕੀ ਦੇਖਦੇ ਹਾਂ ਕਿ ਭਾਰਤ ਦੇ ਕੁੱਲ ਖੇਤਰਫਲ ਦਾ ਲਗਭਗ 22.7% ਭੂ-ਭਾਗ ਜਾਂ ਏਰੀਆ ਇਸ ਤਰ੍ਹਾਂ ਦਾ ਹੈ ਜਿਸ ਵਿੱਚ ਜੰਗਲ ਹਨ ਅਤੇ 7.83% ਇਸ ਤਰ੍ਹਾਂ ਦਾ ਏਰੀਆ ਹੈ ਜਿੱਥੇ ਦੀ ਜ਼ਮੀਨ ਸੰਨਵੀਂ ਜ਼ਮੀਨ ਹੈ। ਹੁਣ ਬੱਚਿਓ, ਸੰਨਵੀਂ ਜ਼ਮੀਨ ਕੀ ਹੁੰਦੀ ਹੈ? ਸੋ ਸੰਨਵੀਂ ਜ਼ਮੀਨ ਬੱਚਿਓ ਉਹ ਜ਼ਮੀਨ ਹੁੰਦੀ ਹੈ ਜਿਸ ਵਿੱਚ ਹਰ ਸਾਲ ਫਸਲ ਨਹੀਂ ਬੀਜੀ ਜਾਂਦੀ, ਸਗੋਂ 2 ਜਾਂ 3 ਸਾਲਾਂ ਵਿੱਚ ਕੇਵਲ ਇੱਕ ਫਸਲ ਹੀ ਬੀਜੀ ਜਾਂਦੀ ਹੈ। ਅਤੇ ਬੱਚਿਓ, ਇਹ ਜੋ ਜ਼ਮੀਨ ਹੁੰਦੀ ਹੈ ਇਹ ਅਜਿਹੀ ਹੁੰਦੀ ਹੈ ਜਿਸ ਨੂੰ ਕੇਵਲ 1 ਸਾਲ ਲਈ ਖਾਲੀ ਤੱਕ ਵੀ ਛੱਡ ਦਿੱਤਾ ਜਾਂਦਾ ਹੈ। ਸੋ ਇਸ ਨੂੰ ਸੰਨਵੀਂ ਜ਼ਮੀਨ ਕਿਹਾ ਜਾਂਦਾ ਹੈ। ਸੋ 1 ਸਾਲ ਤੋਂ ਵੱਧ ਸਾਲਾਂ ਲਈ ਜਿਹੜੀ ਜ਼ਮੀਨ ਖਾਲੀ ਪਈ ਰਹਿੰਦੀ ਹੈ ਬੱਚਿਓ, ਉਸ ਨੂੰ ਪੁਰਾਣੀ ਸੰਨਵੀਂ ਜ਼ਮੀਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਤੇ ਬੱਚਿਓ, ਜੇ ਅਸੀਂ ਭਾਰਤ ਦੇ ਕੁੱਲ ਖੇਤਰਫਲ ਦਾ ਹਿਸਾਬ ਲਾਈਏ ਤਾਂ ਉਸ ਦਾ 51% ਜੋ ਹਿੱਸਾ ਹੈ ਉਸ ਤੇ ਖੇਤੀਬਾੜੀ ਕੀਤੀ ਜਾਂਦੀ ਹੈ। ਲਓ ਬੱਚਿਓ, ਇਹ ਹੈ ਪਾਈ ਗ੍ਰਾਫ ਜਿਸ ਵਿੱਚ ਹਰੇ ਰੰਗ ਦਾ ਭਾਗ ਜੋ ਕਿ 22.7% ਦਿਖਾਉਂਦਾ ਹੈ, ਇਹ ਬੱਚਿਓ ਸਾਡਾ ਜੰਗਲਾਂ ਹੇਠ ਸਾਡਾ ਏਰੀਆ ਹੈ। ਇਸ ਤੋਂ ਬਾਅਦ ਪੀਲੇ ਰੰਗ ਦਾ ਜੋ ਭੂ-ਭਾਗ ਹੈ ਜੋ ਕਿ 7.83% ਸਾਨੂੰ ਦਿਖ ਰਿਹਾ ਹੈ, ਇਹ ਬੱਚਿਓ ਸੰਨਵੀਂ ਜ਼ਮੀਨ ਹੈ ਅਤੇ 51% ਜੋ ਭਾਗ ਹੈ ਇਹ ਸਾਡੀ ਖੇਤੀ ਹੇਠ ਰਕਬਾ ਹੈ। ਬੱਚਿਓ, ਭਾਰਤ ਵਿੱਚ ਪਿਛਲੇ ਕਈ ਦਹਾਕਿਆਂ ਵਿੱਚ ਖੇਤੀ ਦੇ ਯੋਗ ਕੁਝ ਬੰਜਰ ਭੂਮੀ ਪਈ ਹੈ ਜੋ ਕਿ 5 ਤੋਂ 6% ਦੇ ਵਿਚਕਾਰ ਹੈ, ਪਰੰਤੂ ਹੁਣ ਦੇਸ਼ ਵਿੱਚ ਆਬਾਦੀ ਦੇ ਵਧਣ ਕਾਰਨ ਇਹਨਾਂ ਚਰਗਾਹਾਂ ਹੇਠ ਜੋ ਜ਼ਮੀਨ ਹੈ ਉਹ ਘਟ ਰਹੀ ਹੈ, ਕਿਉਂਕਿ ਸਾਡੀ ਆਬਾਦੀ ਨੂੰ ਖੁਰਾਕ ਸਮੱਗਰੀ ਪ੍ਰਦਾਨ ਕਰਨਾ ਇਹ ਵੀ ਇੱਕ
ਬਹੁਤ ਮੁਸ਼ਕਿਲ ਕੰਮ ਹੈ। ਸੋ ਇਸ ਕਰਕੇ ਇਹਨਾਂ ਚਰਗਾਹਾਂ ਤੋਂ ਖੇਤੀ ਵਿੱਚ ਜ਼ਮੀਨ ਨੂੰ ਬਦਲਿਆ ਜਾ ਰਿਹਾ ਹੈ। ਅਤੇ ਬੱਚਿਓ, ਦੂਸਰੇ ਪਾਸੇ ਅਸੀਂ ਕੀ ਦੇਖਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਬਸਤੀਆਂ ਦਾ ਵਿਸਥਾਰ ਹੋ ਰਿਹਾ ਹੈ ਅਤੇ ਵਿਕਾਸ ਕੰਮਾਂ ਲਈ ਵੀ ਸੜਕਾਂ, ਨਹਿਰਾਂ, ਉਦਯੋਗਿਕ ਇਕਾਈਆਂ ਅਤੇ ਸਿੰਜਾਈ ਤੇ ਖੇਤੀ ਆਦਿ ਲਈ ਭੂਮੀ ਦਾ ਵੱਡਾ ਹਿੱਸਾ ਵਰਤਿਆ ਜਾ ਰਿਹਾ ਹੈ। ਅਤੇ ਦੂਸਰੇ ਪਾਸੇ ਅਸੀਂ ਕੀ ਦੇਖਦੇ ਹਾਂ ਕਿ ਸਾਡੇ ਦੇਸ਼ ਵਿੱਚ 22.7% ਜੋ ਜ਼ਮੀਨ ਹੈ ਉਹ ਜੰਗਲਾਂ ਹੇਠ ਹੈ, ਜੋ ਕਿ ਵਿਗਿਆਨਕ ਨਜ਼ਰ ਤੋਂ ਬਹੁਤ ਘੱਟ ਹੈ। ਬੱਚਿਓ, ਜੇਕਰ ਅਸੀਂ ਆਪਣੇ ਦੇਸ਼ ਦੇ ਆਰਥਿਕ ਵਿਕਾਸ ਅਤੇ ਵਾਤਾਵਰਣ ਦੇ ਵਿੱਚ ਇੱਕ ਵਧੀਆ ਸੰਤੁਲਨ ਰੱਖਣਾ ਹੋਵੇ ਤਾਂ ਉਸ ਲਈ ਘੱਟੋ ਘੱਟ 1/3 ਹਿੱਸਾ ਜੋ ਹੈ ਉਸ ਵਿੱਚ ਵਣਾਂ ਦਾ ਹੋਣਾ ਜ਼ਰੂਰੀ ਹੈ। ਸੋ ਭਾਰਤ ਵਿੱਚ 1950-51 ਵਿੱਚ ਕੇਵਲ 14.2% ਜੰਗਲ ਸਨ, ਜੋ ਕਿ ਹੁਣ ਵੱਧ ਕੇ 22.7% ਹੋ ਗਏ ਹਨ। ਬੱਚਿਓ, ਇਸ ਦੇ ਬਾਵਜੂਦ ਵੀ ਜੇਕਰ ਅਸੀਂ ਆਦਰਸ਼ ਵਣ ਖੇਤਰਫਲ ਦੀ ਗੱਲ ਕਰੀਏ ਜੋ ਕਿ 33% ਹੈ, 22.7% ਉਸ ਤੋਂ 11 ਤੋਂ 12% ਘੱਟ ਹੈ। ਸੋ ਬੱਚਿਓ, ਜੋ ਵਣ ਹਨ ਉਹਨਾਂ ਦੇ ਸਾਨੂੰ ਬਹੁਤ ਸਾਰੇ ਲਾਭ ਹਨ, ਕਿਉਂਕਿ ਇਹ ਵਣ ਹੀ ਹਨ ਜੋ ਕੁਦਰਤ ਦੇ ਨਾਲ ਸੰਤੁਲਨ ਬਣਾ ਕੇ ਮਨੁੱਖਤਾ ਦੀ ਬਹੁਤ ਸਾਰੀ ਮਦਦ ਕਰਦੇ ਹਨ। ਬੱਚਿਓ, ਸਾਡੇ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਜੇਕਰ ਵੱਧਦੀ ਰਹੀ ਤਾਂ ਇਸ ਨਾਲ ਗ੍ਰੀਨ ਹਾਊਸ ਅਸਰ ਵੀ ਵੱਧ ਜਾਵੇਗਾ, ਜਿਸ ਦੇ ਨਤੀਜੇ ਵਜੋਂ ਸੰਸਾਰ ਦਾ ਤਾਪਮਾਨ ਵੱਧ ਜਾਵੇਗਾ ਅਤੇ ਤਾਪਮਾਨ ਵਧਣ ਦੇ ਨਾਲ ਹਿਮਾਲਿਆ ਪਰਬਤ ਉੱਪਰ ਬਰਫ਼ ਦੀਆਂ ਜੋ ਸਫੇਦ ਚਾਦਰਾਂ ਹਨ ਉਹ ਪਿਘਲ ਕੇ ਸਮੁੰਦਰਾਂ ਦੇ ਜਲ ਪੱਧਰ ਨੂੰ ਵਧਾ ਦੇਣਗੀਆਂ, ਜਿਸ ਦੇ ਕਾਰਨ ਸਮੁੰਦਰਾਂ ਦੇ ਨਾਲ ਜਿੰਨੇ ਵੀ ਸ਼ਹਿਰ ਹਨ, ਸਮੁੰਦਰ ਦੇ ਤੱਟਾਂ ਦੇ ਨੇੜੇ ਜਿੰਨੇ ਵੀ ਸ਼ਹਿਰ ਹਨ ਉਹ ਪਾਣੀ ਵਿੱਚ ਡੁੱਬ ਜਾਣਗੇ। ਅਤੇ ਬੱਚਿਓ, ਵਣਾਂ ਦੇ ਫਾਇਦੇ ਵਿੱਚ ਅਸੀਂ ਅੱਗੇ ਕੀ ਦੇਖਦੇ ਹਾਂ ਕਿ ਵਣਾਂ ਦੇ ਵਿੱਚ ਜੰਗਲੀ ਜੀਵਾਂ ਦੇ ਘਰ ਵੀ ਹਨ, ਜਿੱਥੇ ਉਹਨਾਂ ਨੂੰ ਆਸਰਾ ਮਿਲਦਾ ਹੈ। ਅਤੇ ਬੱਚਿਓ, ਇਹ ਵਣ ਸਾਡੇ ਲਈ ਵਰਖਾ ਲਿਆਉਣ ਵਿੱਚ ਵੀ ਮਦਦ ਕਰਦੇ ਹਨ। ਜੰਗਲਾਂ ਵਿੱਚ ਕੇਵਲ ਪਾਣੀ ਦੀ ਹੀ ਸੰਭਾਲ ਨਹੀਂ ਹੁੰਦੀ, ਬਲਕਿ ਇਹ ਮਿੱਟੀ ਦੀ ਰੱਖਿਆ ਵੀ ਕਰਦੇ ਹਨ। ਇਸ ਤਰ੍ਹਾਂ ਨਦੀਆਂ ਵਿੱਚ ਆਉਣ ਵਾਲੇ ਤਬਾਹਕੁਨ ਹੜ੍ਹਾਂ ਨੂੰ ਵੀ ਰੋਕਣ ਵਿੱਚ ਵਣ ਸਮਰੱਥ ਹੁੰਦੇ ਹਨ। ਭਾਰਤ ਵਿੱਚ ਲਗਭਗ 2 ਕਰੋੜ ਹੈਕਟੇਅਰ ਜ਼ਮੀਨ ਬੱਚਿਓ ਇਸ ਤਰ੍ਹਾਂ ਦੀ ਹੈ ਜਿਸ ਦਾ ਹੁਣ ਤੱਕ ਪ੍ਰਯੋਗ ਨਹੀਂ ਹੋ ਰਿਹਾ। ਇਸ ਜ਼ਮੀਨ ਨੂੰ ਬੱਚਿਓ ਬੰਜਰ ਜ਼ਮੀਨ ਵੀ ਕਿਹਾ ਜਾਂਦਾ ਹੈ। ਇਸ ਵਿੱਚ ਰੇਤਲੇ ਮਾਰੂਥਲ ਵੀ ਸ਼ਾਮਲ ਹਨ। ਉੱਚੇ ਪਰਬਤ ਅਤੇ ਬੇਕਾਰ ਭੂਮੀ ਵੀ ਇਸੇ ਵਰਗ ਦੇ ਅਧੀਨ ਆਉਂਦਾ ਹੈ। ਅਤੇ ਬੱਚਿਓ, ਕਦੀ-ਕਦੀ ਮਨੁੱਖ ਵੀ ਕਈ ਅਜਿਹੇ ਕੰਮ ਕਰਦਾ ਹੈ ਜਿਸ ਨਾਲ ਸਾਡਾ ਨੁਕਸਾਨ ਹੁੰਦਾ ਹੈ, ਜਿਵੇਂ ਉਹ ਵਣਾਂ ਦਾ ਵਿਨਾਸ਼ ਕਰ ਰਿਹਾ ਹੈ ਜਾਂ ਹੱਦ ਤੋਂ ਵੱਧ ਜੋ ਪਸ਼ੂਆਂ ਦੀ ਚਰਾਈ ਕਰਕੇ ਉਹ ਬੰਜਰ ਭੂਮੀ ਦਾ ਖੇਤਰ ਵਧਾਉਣ ਵਿੱਚ ਸਹਾਇਤਾ ਕਰ ਰਿਹਾ ਹੈ। ਹੁਣ ਬੱਚਿਓ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਵਿੱਚ ਜੋ ਨਰੋਲ ਬੀਜਿਆ ਖੇਤਰ ਹੈ ਜਿੱਥੇ ਖੇਤੀਬਾੜੀ ਹੁੰਦੀ ਹੈ ਉਹ 82% ਹੈ, ਜਦੋਂ ਇਸ ਦਾ ਕੰਪੈਰੀਜ਼ਨ ਅਸੀਂ ਭਾਰਤ ਨਾਲ ਕਰਦੇ ਹਾਂ ਤਾਂ ਭਾਰਤ ਦੀ ਇਹੀ ਦਰ 47% ਹੈ। ਅਤੇ ਬੱਚਿਓ, ਸਾਨੂੰ ਪਤਾ ਹੈ ਕਿ ਵਿਗਿਆਨਕ ਨਜ਼ਰ ਤੋਂ ਪੰਜਾਬ ਵਿੱਚ ਜੋ ਜੰਗਲੀ ਖੇਤਰ ਹੈ ਉਹ ਬਹੁਤ ਜ਼ਿਆਦਾ ਘੱਟ ਹੈ, ਕਿਉਂਕਿ ਇੱਥੇ 27% ਤੋਂ ਵੱਧ ਜ਼ਮੀਨ ਤੇ ਜੰਗਲੀ ਜੀਵਨ ਜਾਂ ਜੰਗਲੀ ਖੇਤਰ ਹੋਣਾ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਪੰਜਾਬ ਦੇ ਈਕੋਸਿਸਟਮ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਸੋ ਕੀ ਹੋ ਰਿਹਾ ਹੈ ਪੰਜਾਬ ਵਿੱਚ? ਪੰਜਾਬ ਵਿੱਚ ਪਾਣੀ ਦੇ ਹੇਠਲਾ ਜੋ ਪੱਧਰ ਹੈ, ਪਾਣੀ ਦਾ ਲੈਵਲ ਹੈ ਉਹ ਘਟ ਰਿਹਾ ਹੈ। ਪੰਜਾਬ ਦੀ ਮਿੱਟੀ ਵਿੱਚ ਖਾਰਾਪਨ ਆ ਰਿਹਾ ਹੈ, ਜ਼ਮੀਨ ਸਲਾਬੀ ਹੋ ਰਹੀ ਹੈ ਅਤੇ ਪੰਜਾਬ ਦੀ ਮਿੱਟੀ ਉਸ ਦੀ ਉਪਜਾਊ ਸ਼ਕਤੀ ਵੀ ਘਟ ਰਹੀ ਹੈ। ਸੋ ਬੱਚਿਓ, ਅਖੀਰ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਸਾਨੂੰ ਪਤਾ ਹੈ ਕਿ ਸਾਡੇ ਦੇਸ਼ ਦੀ ਜ਼ਮੀਨ ਸੀਮਤ ਹੈ, ਨਾ ਇਹ ਵੱਧ ਸਕਦੀ ਹੈ ਨਾ ਇਹ ਘਟ ਸਕਦੀ ਹੈ। ਸੋ ਜ਼ਮੀਨ ਉੱਪਰ ਆਬਾਦੀ ਦਾ ਜਾਂ ਹੋਰ ਵੱਖ-ਵੱਖ ਜਿੰਨੇ ਵੀ ਦਬਾਅ ਵੱਧ ਰਹੇ ਹਨ, ਸੋ ਸਾਨੂੰ ਕੁਝ ਯੋਜਨਾਵਾਂ ਬਣਾ ਕੇ ਇਹਨਾਂ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ। ਮਿੱਟੀਆਂ ਦੇ ਕਟਾਅ,
ਮਾਰਬਲੀਕਰਨ, ਖਾਰਾਪਨ ਅਤੇ ਘਟਦਾ ਜਲ ਪੱਧਰ, ਇਹਨਾਂ ਸਾਰਿਆਂ ਨੂੰ ਰੋਕਣ ਲਈ ਸਾਨੂੰ ਢੁਕਵੇਂ ਤਰੀਕੇ ਅਪਣਾ ਕੇ ਇਹਨਾਂ ਨੂੰ ਠੀਕ ਕਰਨ ਦਾ ਕੰਮ ਜੋ ਹੈ ਉਹ ਤਾਂ ਹੀ ਸੰਭਵ ਹੋ ਸਕਦਾ ਹੈ। ਅਜਿਹਾ ਕਰਨ ਲਈ ਬੱਚਿਓ ਬੰਜਰ ਜ਼ਮੀਨ ਦਾ ਜੋ ਪ੍ਰਯੋਗ ਹੈ ਉਹ ਦੂਸਰੇ ਕੰਮਾਂ ਲਈ ਵੀ ਕੀਤਾ ਜਾ ਸਕਦਾ ਹੈ। ਖੇਤੀ ਦੇ ਆਧੁਨਿਕ ਵਿਗਿਆਨਕ ਤਰੀਕੇ ਜੋ ਹੈ ਉਹਨਾਂ ਨੂੰ ਅਪਣਾ ਕੇ ਖੇਤੀਯੋਗ ਭੂਮੀ ਤੋਂ ਵੱਧ ਪੈਦਾਵਾਰ ਲਈ ਜਾ ਸਕਦੀ ਹੈ ਅਤੇ ਜ਼ਮੀਨ ਦੇ ਵੱਖ-ਵੱਖ ਪ੍ਰਯੋਗਾਂ ਦੇ ਦਰਮਿਆਨ ਆਪਸੀ ਸੰਤੁਲਨ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਵੀ ਕਰਨਾ ਬਹੁਤ ਜ਼ਰੂਰੀ ਹੈ। ਤਾਂ ਹੀ ਦੇਸ਼ ਦਾ ਆਰਥਿਕ ਵਿਕਾਸ ਵੀ ਹੋ ਸਕਦਾ ਹੈ ਅਤੇ ਖੇਤੀ ਦਾ ਵਿਕਾਸ ਵੀ ਹੋ ਸਕਦਾ ਹੈ। ਲਓ ਬੱਚਿਓ, ਇਹ ਹਨ ਕੁਝ ਕੁਐਸਚਨ ਜਿਹੜੇ ਮੈਂ ਤੁਹਾਡੇ ਨਾਲ ਇਸ ਸੈਸ਼ਨ ਵਿੱਚ ਸ਼ੁਰੂ ਹੋਣ ਤੋਂ ਪਹਿਲਾਂ ਸਾਂਝੇ ਕੀਤੇ ਸਨ। ਸੋ ਤੁਸੀਂ ਇਹਨਾਂ ਦੇ ਆਨਸਰ ਇਸ ਸੈਸ਼ਨ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਚਲੋ ਆਪਾਂ ਨੂੰ ਇੱਕ ਇੱਕ ਕਰਕੇ ਸਾਰਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੱਚਿਓ, ਪਹਿਲਾ ਕੁਐਸਚਨ ਸੀ ਕਿ ਭਾਰਤ ਦਾ ਕੁੱਲ ਖੇਤਰਫਲ ਕਿੰਨੇ ਹੈਕਟੇਅਰ ਹੈ। ਸੋ ਅਸੀਂ ਪੜ੍ਹ ਚੁੱਕੇ ਹਾਂ ਕਿ ਇਹ 32.8 ਕਰੋੜ ਹੈਕਟੇਅਰ ਹੈ। ਬੱਚਿਓ, ਨੈਕਸਟ ਕੁਐਸਚਨ ਤੇ ਚੱਲਦੇ ਹਾਂ ਕਿ ਭਾਰਤ ਦਾ ਕਿੰਨਾ ਭੂ-ਭਾਗ ਜਾਂ ਰਕਬਾ ਜੰਗਲਾਂ ਦੇ ਹੇਠ ਹੈ। ਸੋ ਇਹ ਫਿਗਰ ਵੀ ਅਸੀਂ 2-3 ਵਾਰ ਪੜ੍ਹੇ ਹੈ ਕਿ 22.7% ਜੋ ਸਾਡਾ ਧਰਤੀ ਦਾ ਭਾਰਤ ਦਾ ਹਿੱਸਾ ਹੈ ਉਹ ਜੰਗਲਾਂ ਦੇ ਹੇਠ ਹੈ। ਇਸ ਤੋਂ ਬਾਅਦ ਬੱਚਿਓ ਨੈਕਸਟ ਕੁਐਸਚਨ ਸੀ ਕਿ ਕਿੰਨਾ ਭੂ-ਭਾਗ ਜੋ ਹੈ ਉਹ ਸੰਨਵੀਂ ਜ਼ਮੀਨ ਹੈ। ਸੋ ਬੱਚਿਓ 7.83% ਜੋ ਭੂ-ਭਾਗ ਹੈ ਭਾਰਤ ਦਾ ਉਹ ਸੰਨਵੀਂ ਜ਼ਮੀਨ ਹੈ। ਹੁਣ ਬੱਚਿਓ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਖੇਤਰਫਲ ਦੇ ਕਿੰਨੇ ਪ੍ਰਤੀਸ਼ਤ ਭਾਗ ਵਿੱਚ ਖੇਤੀ ਕੀਤੀ ਜਾਂਦੀ ਹੈ। ਸੋ ਉਹ ਪਿੰਕ ਰੰਗ ਦਾ ਜੋ ਕਲਰ ਸੀ ਉਹ ਦੱਸਦਾ ਸੀ ਕਿ 51% ਜੋ ਭਾਗ ਹੈ ਉਸ ਵਿੱਚ ਖੇਤੀ ਕੀਤੀ ਜਾ ਸਕਦੀ ਹੈ ਜਾਂ ਖੇਤੀ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ ਹੈ ਬੱਚਿਓ ਕਿ ਸੰਨਵੀਂ ਜ਼ਮੀਨ ਕਿਹੜੀ ਜ਼ਮੀਨ ਹੁੰਦੀ ਹੈ। ਸੋ ਇਹ ਤੁਹਾਨੂੰ ਹੁਣ ਪਤਾ ਲੱਗ ਹੀ ਗਿਆ ਹੋਵੇਗਾ ਕਿ ਜਿਸ ਜ਼ਮੀਨ ਵਿੱਚ 2 ਜਾਂ 3 ਸਾਲਾਂ ਵਿੱਚ ਕੇਵਲ ਇੱਕ ਹੀ ਫਸਲ ਲਈ ਜਾਂਦੀ ਹੈ ਉਸ ਨੂੰ ਸੰਨਵੀਂ ਜ਼ਮੀਨ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਬੱਚਿਓ ਸਾਡੇ ਵਾਯੂਮੰਡਲ ਵਿੱਚ ਗੈਸ ਦੀ ਮਾਤਰਾ ਜੋ ਵਧਣ ਦੇ ਨਾਲ ਗ੍ਰੀਨ ਹਾਊਸ ਅਸਰ ਵੱਧ ਜਾਂਦਾ ਹੈ। ਸੋ ਕਾਰਬਨ ਡਾਈਆਕਸਾਈਡ ਜਿਹੜੀ ਗੈਸ ਹੈ ਉਸ ਦੇ ਵਧਣ ਦੇ ਨਾਲ ਗ੍ਰੀਨ ਹਾਊਸ ਦਾ ਅਸਰ ਵੱਧ ਜਾਂਦਾ ਹੈ। ਇਸ ਤੋਂ ਬਾਅਦ ਬੱਚਿਓ ਅਸੀਂ ਕੀ ਦੇਖਦੇ ਹਾਂ ਕਿ ਜੰਗਲਾਂ ਨਾਲ ਕੇਵਲ ਡੈਸ਼ ਦੀ ਹੀ ਸੰਭਾਲ ਨਹੀਂ ਹੁੰਦੀ ਬਲਕਿ ਇਹ ਡੈਸ਼ ਦੀ ਵੀ ਰੱਖਿਆ ਕਰਦੇ ਹਨ। ਸੋ ਇਸ ਦਾ ਆਨਸਰ ਹੈ ਕਿ ਕੇਵਲ ਪਾਣੀ ਦੀ ਹੀ ਸੰਭਾਲ ਨਹੀਂ ਹੁੰਦੀ, ਜੰਗਲ ਕੇਵਲ ਪਾਣੀ ਨੂੰ ਨਹੀਂ ਸੰਭਾਲਦੇ ਸਗੋਂ ਸਾਡੀ ਮਿੱਟੀ ਦੀ ਵੀ ਰੱਖਿਆ ਕਰਦੇ ਹਨ। ਤੇ ਪੰਜਾਬ ਵਿੱਚ ਨਰੋਲ ਬੀਜਿਆ ਗਿਆ ਖੇਤਰ ਕਿੰਨਾ ਹੈ ਬੱਚਿਓ, ਅਸੀਂ ਪੜ੍ਹਿਆ ਸੀ 82% ਹੈ ਜਦ ਕਿ ਭਾਰਤ ਦਾ ਇਹ 47% ਹੈ। ਸੋ ਅਸੀਂ ਜ਼ਿਆਦਾ ਏਰੀਆ ਤੇ ਖੇਤੀ ਕਰ ਰਹੇ ਹਾਂ। ਸੋ ਨੈਕਸਟ ਕੁਐਸਚਨ ਹੈ ਬੱਚਿਓ ਕਿ ਮਿੱਟੀਆਂ ਦੇ ਕਟਾਅ, ਮਾਰਬਲੀਕਰਨ, ਖਾਰਾਪਨ ਅਤੇ ਘਟਦਾ ਜਲ ਪੱਧਰ ਇਹਨਾਂ ਸਭ ਨੂੰ ਰੋਕਣ ਲਈ ਆਮ ਜਨਤਾ ਕੀ ਕਰ ਸਕਦੀ ਹੈ, ਅਸੀਂ ਕੀ ਕਰ ਸਕਦੇ ਹਾਂ। ਸੋ ਬੱਚਿਓ ਇਸ ਦਾ ਹੱਲ ਹੈ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਵੀ ਲਗਾਉਣੇ ਚਾਹੀਦੇ ਹਨ ਅਤੇ ਲਗਾਉਣ ਤੋਂ ਬਾਅਦ ਉਹਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ, ਉਹਨਾਂ ਨੂੰ ਪਾਲਣਾ ਵੀ ਚਾਹੀਦਾ ਹੈ। ਸੋ ਬੱਚਿਓ ਹੁਣ ਅਸੀਂ ਖੇਤੀਬਾੜੀ ਦਾ ਭਾਰਤੀ ਆਰਥਿਕ ਪ੍ਰਣਾਲੀ ਵਿੱਚ ਕੀ ਯੋਗਦਾਨ ਹੈ ਉਸ ਨੂੰ ਜਾਣਦੇ ਹਾਂ। ਖੇਤੀਬਾੜੀ ਦਾ ਭਾਰਤੀ ਆਰਥਿਕ ਪ੍ਰਣਾਲੀ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਖੇਤੀਬਾੜੀ ਖੇਤਰ ਤੋਂ ਦੇਸ਼ ਦੇ ਲਗਭਗ 2/3 ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਜਦੋਂ ਅਸੀਂ ਰਾਸ਼ਟਰੀ ਆਮਦਨ ਦੀ ਗੱਲ ਕਰਦੇ ਹਾਂ ਤਾਂ ਖੇਤੀਬਾੜੀ ਖੇਤਰ ਤੋਂ ਰਾਸ਼ਟਰੀ ਆਮਦਨ ਦੇ ਵਿੱਚ 29.0% ਹਿੱਸਾ ਵੀ ਪ੍ਰਾਪਤ ਹੁੰਦਾ ਹੈ। ਤੇ ਜਦੋਂ ਬੱਚਿਓ ਅਸੀਂ ਵਿਦੇਸ਼ੀ ਬਰਾਮਦਾਂ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਵੀ ਖੇਤੀ ਤੋਂ ਉਪਜਦੀਆਂ ਵਸਤੂਆਂ ਦਾ ਖਾਸ ਸਥਾਨ ਹੈ। ਖੇਤੀਬਾੜੀ ਤੋਂ ਅਨੇਕਾਂ ਉਤਪਾਦਕ ਵਸਤਾਂ ਸਾਡੇ ਕਾਰਖਾਨਿਆਂ ਵਿੱਚ ਕੱਚੇ ਮਾਲ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਦਾ ਚੌਥਾ ਸਥਾਨ ਹੈ। ਬੱਚਿਓ ਸਾਡੇ ਦੇਸ਼ ਵਿੱਚ ਦਾਲਾਂ ਹੇਠ ਜੋ ਰਕਬਾ ਹੈ ਉਹ ਵੀ ਸੰਸਾਰ ਵਿੱਚ ਸਭ ਤੋਂ ਵੱਧ ਹੈ ਅਤੇ ਕਪਾਹ ਦੇ ਉਤਪਾਦਨ ਦੀ ਗੱਲ ਕਰੀਏ
ਤਾਂ ਇਸ ਵਿੱਚ ਭਾਰਤ ਸੰਸਾਰ ਦਾ ਸਭ ਤੋਂ ਪਹਿਲਾ ਦੇਸ਼ ਹੈ ਜਿੱਥੇ ਵਧੀਆ ਕਿਸਮ ਦੀ ਕਪਾਹ ਪੈਦਾ ਕਰਨ ਦੇ ਯਤਨ ਸਭ ਤੋਂ ਪਹਿਲਾਂ ਕੀਤੇ ਗਏ ਅਤੇ ਦੇਸ਼ ਨੇ ਝੀਂਗਾ ਮੱਛੀ ਦਾ ਬੀਜ ਤਿਆਰ ਕਰਨ ਅਤੇ ਕੀਟ ਪਾਲਣ ਤਕਨੀਕ ਵਿਕਾਸ ਵਿੱਚ ਮਹੱਤਵਪੂਰਨ ਸਫਲਤਾਵਾਂ ਵੀ ਹਾਸਲ ਕੀਤੀਆਂ ਹਨ। ਭਾਰਤ ਵਿੱਚ ਖੇਤੀਬਾੜੀ ਦੀ ਗੱਲ ਕਰਦੇ ਸਮੇਂ ਕੇਵਲ ਖੁਰਾਕੀ ਫਸਲਾਂ ਦੀ ਹੀ ਗੱਲ ਕੀਤੀ ਜਾਂਦੀ ਹੈ, ਜਿਵੇਂ ਕਣਕ, ਚਾਵਲ, ਗੰਨਾ, ਮੱਕੀ, ਦਾਲਾਂ ਆਦਿ। ਪਰੰਤੂ ਖੇਤੀ ਦਾ ਖੇਤਰ ਫਸਲ ਪੈਦਾ ਕਰਨ ਤੱਕ ਹੀ ਸੀਮਤ ਨਹੀਂ, ਸਗੋਂ ਇਸ ਵਿੱਚ ਪਸ਼ੂ ਪਾਲਣ, ਮੱਛੀ ਪਾਲਣ, ਬਾਗਵਾਨੀ ਅਤੇ ਜੰਗਲਾਤ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਖੇਤੀ ਖੇਤਰ ਵਿੱਚ ਕੁਦਰਤੀ ਸਾਧਨਾਂ ਦਾ ਵੀ ਬੱਚਿਓ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਅਨੁਕੂਲ ਜਲਵਾਯੂ ਅਤੇ ਉਪਜਾਊ ਮਿੱਟੀਆਂ ਦੇ ਕਾਰਨ ਉન્નਤ ਖੇਤੀ ਕੀਤੀ ਜਾ ਸਕਦੀ ਹੈ। ਇਸ ਪੱਖ ਤੋਂ ਕੁਦਰਤ ਭਾਰਤ ਉੱਪਰ ਬਹੁਤ ਦਇਆਵਾਨ ਹੈ। ਕੁਦਰਤ ਦੀ ਬਹੁਤ ਮਿਹਰਬਾਨੀ ਹੈ। ਸੰਸਾਰ ਦੇ ਕੁੱਲ ਖੇਤਰਫਲ ਦਾ ਕੇਵਲ 10% ਹਿੱਸਾ ਹੀ ਖੇਤੀਯੋਗ ਹੈ, ਪਰੰਤੂ ਜਦੋਂ ਭਾਰਤ ਵੱਲ ਦੇਖਦੇ ਹਾਂ ਤਾਂ ਇੱਥੇ 2 ਤੋਂ ਲੈ ਕੇ 4 ਫਸਲਾਂ ਵੀ ਇੱਕ ਸਾਲ ਵਿੱਚ ਪੈਦਾ ਕੀਤੀਆਂ ਜਾ ਸਕਦੀਆਂ ਹਨ। ਅਤੇ ਬੱਚਿਓ, ਭਾਰਤ ਦੇ ਖੇਤਰਫਲ ਦੇ ਜਿੰਨੇ ਭਾਗ ਨੂੰ ਸਿੰਜਿਆ ਜਾਣਾ ਸੰਭਵ ਹੈ ਉਹ ਚੀਨ ਦੇ ਕੁੱਲ ਖੇਤੀਯੋਗ ਖੇਤਰਫਲ ਦੇ ਲਗਭਗ ਬਰਾਬਰ ਹੈ। ਹੁਣ ਬੱਚਿਓ, ਅਸੀਂ ਖੇਤੀ ਦਾ ਹਿੱਸਾ ਉਸ ਸੰਬੰਧੀ ਤਾਂ ਗੱਲ ਕਰ ਲਈ, ਹੁਣ ਖੇਤੀ ਦੀਆਂ ਕੁਝ ਸਮੱਸਿਆਵਾਂ ਵੀ ਹਨ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ। ਸਭ ਤੋਂ ਪਹਿਲਾਂ ਬੱਚਿਓ, ਜਨਸੰਖਿਆ ਦਾ ਦਬਾਅ। ਇਸ ਤੋਂ ਬਾਅਦ ਬੱਚਿਓ, ਖੇਤਾਂ ਦੇ ਆਕਾਰ ਦਾ ਛੋਟਾ ਹੋਣਾ। ਉਸ ਤੋਂ ਬਾਅਦ ਬੱਚਿਓ, ਸਾਡੇ ਕਿਸਾਨਾਂ ਦੀ ਅਨਪੜ੍ਹਤਾ, ਰਸਾਇਣਿਕ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ, ਸਿੰਜਾਈ ਦੀਆਂ ਸਮੱਸਿਆਵਾਂ। ਸੋ ਬੱਚਿਓ, ਸਮੱਸਿਆਵਾਂ ਹੋਰ ਵੀ ਬਹੁਤ ਹਨ, ਸੋ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਭਾਰਤੀ ਖੇਤੀ ਦੀ ਸਭ ਤੋਂ ਵੱਡੀ ਸਮੱਸਿਆ ਜਨਸੰਖਿਆ ਦਾ ਭਾਰੀ ਦਬਾਅ ਹੈ। ਦੇਸ਼ ਦੇ ਕੁੱਲ ਕਾਮਿਆਂ ਦਾ 65% ਭਾਗ ਅਤੇ ਉਹਨਾਂ ਦੇ ਪਰਿਵਾਰ ਆਪਣੇ ਜੀਵਨ ਦੇ ਗੁਜ਼ਾਰੇ ਲਈ ਖੇਤੀਬਾੜੀ ਤੇ ਨਿਰਭਰ ਕਰਦੇ ਹਨ। ਤੇ ਜਦੋਂ ਦੂਸਰੇ ਪਾਸੇ ਇਹਨਾਂ ਦੇ ਅਸੀਂ ਯੋਗਦਾਨ ਦੀ ਗੱਲ ਕਰਦੇ ਹਾਂ ਤਾਂ ਰਾਸ਼ਟਰੀ ਆਮਦਨ ਵਿੱਚ ਇਹ ਯੋਗਦਾਨ ਸਿਰਫ 29% ਹੀ ਰਹਿ ਜਾਂਦਾ ਹੈ। ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਭਾਰਤ ਦੀ ਖੇਤੀਬਾੜੀ ਉੱਪਰ ਜਨਸੰਖਿਆ ਦਾ ਕਿੰਨਾ ਜ਼ਿਆਦਾ ਦਬਾਅ ਹੈ ਅਤੇ ਇਸ ਦਬਾਅ ਦੇ ਕਾਰਨ ਹੀ ਜੋ ਅਣਉਪਜਾਊ ਜ਼ਮੀਨ ਹੈ ਉਸ ਨੂੰ ਵੀ ਖੇਤਾਂ ਵਿੱਚ ਜਾਂ ਖੇਤੀ ਕਰਨ ਯੋਗ ਭੂਮੀ ਵਿੱਚ ਬਦਲਿਆ ਜਾ ਚੁੱਕਾ ਹੈ, ਜਿਸ ਨਾਲ ਵਾਤਾਵਰਣ ਪ੍ਰਭਾਵਿਤ ਹੋ ਰਿਹਾ ਹੈ। ਪਹਾੜੀ ਖੇਤਰਾਂ ਵਿੱਚ ਉਚੇਰੇ ਭਾਗਾਂ ਤੱਕ ਪੌੜੀਨੁਮਾ ਖੇਤ ਵੀ ਦਿਖਾਈ ਦੇਣ ਲੱਗੇ ਹਨ, ਜਿਵੇਂ ਕਿ ਬੱਚਿਓ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ। ਜੰਗਲਾਂ ਅਤੇ ਝਾੜੀਆਂ ਨੂੰ ਕੱਟ ਕੇ ਉਹਨਾਂ ਦੀ ਥਾਂ ਤੇ ਖੇਤੀ ਕੀਤੀ ਜਾਣ ਲੱਗੀ ਹੈ, ਜਿਵੇਂ ਉੱਤਰਾਖੰਡ ਵਿੱਚ 60% ਤੋਂ ਵੱਧ ਢਲਾਨ ਵਾਲੇ ਖੇਤਰਾਂ ਵਿੱਚ ਖੇਤੀ ਕੀਤੀ ਜਾ ਰਹੀ ਹੈ। ਸੋ ਬੱਚਿਓ, ਇੱਕ ਵਾਰੀ ਫਿਰ ਤੁਸੀਂ ਇਸ ਫੋਟੋ ਨੂੰ ਦੇਖ ਸਕਦੇ ਹੋ ਕਿ ਪਹਾੜਾਂ ਦੇ ਵਿੱਚ ਢਲਾਨਾਂ ਤੇ ਵੀ ਹੁਣ ਖੇਤੀ ਹੋਣ ਲੱਗ ਪਈ ਹੈ। ਇਸ ਨਾਲ ਕੀ ਹੁੰਦਾ ਹੈ? ਇਸ ਨਾਲ ਮਿੱਟੀਆਂ ਦਾ ਘਟਾਅ ਹੁੰਦਾ ਹੈ, ਹੜ੍ਹ ਆਉਂਦੇ ਹਨ, ਸੋਕਾ, ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਹਨ ਉਹ ਪੈਦਾ ਹੋ ਰਹੀਆਂ ਹਨ। ਅਤੇ ਦੇਸ਼ ਵਿੱਚ ਇੱਕ ਪਾਸੇ ਤਾਂ ਜ਼ਿਆਦਾਤਰ ਜੋ ਖੇਤਾਂ ਦਾ ਆਕਾਰ ਹੈ ਉਹ ਛੋਟਾ ਹੋ ਰਿਹਾ ਹੈ ਤੇ ਦੂਸਰੇ ਪਾਸੇ ਬੱਚਿਓ ਇਹਨਾਂ ਦੀ ਵੰਡ ਵੀ ਅਸਮਾਨ ਹੈ, ਤੇ ਜਿਸ ਦੇ ਨਤੀਜੇ ਵਜੋਂ ਸਮਾਜਿਕ ਤਣਾਅ, ਹਿੰਸਾ ਅਤੇ ਅਸੰਤੋਸ਼ ਜੋ ਹੈ ਉਹ ਲੋਕਾਂ ਵਿੱਚ ਪੈਦਾ ਹੋ ਰਿਹਾ ਹੈ। ਜ਼ਿਆਦਾਤਰ ਜੋਤਾਂ ਦਾ ਆਕਾਰ ਛੋਟਾ ਜਾਂ ਬਹੁਤ ਜ਼ਿਆਦਾ ਛੋਟਾ ਹੋਣ ਕਰਕੇ ਆਰਥਿਕ ਪੱਖ ਤੋਂ ਵੀ ਲਾਭ ਘਟ ਰਹੇ ਹਨ। ਛੋਟੇ ਛੋਟੇ ਕਿਸਾਨ ਆਪਣੇ ਖੇਤਾਂ ਉੱਤੇ ਮਿਹਨਤ ਤਾਂ ਕਾਫੀ ਕਰਦੇ ਹਨ ਤਾਂ ਕਿ ਪੈਦਾਵਾਰ ਨੂੰ ਵਧਾਇਆ ਜਾ ਸਕੇ, ਪਰ ਉਹਨਾਂ ਨੂੰ ਬਚਤ ਜੋ ਨੈਟ ਪ੍ਰੋਫਿਟ ਹੈ ਉਹ ਘਟਦਾ ਜਾ ਰਿਹਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਸਿੰਜਾਈ ਲਈ ਟਿਊਬਵੈੱਲ ਦਾ ਪਾਣੀ ਤੇ ਖੇਤਾਂ ਦੇ ਸੰਦ ਵੱਡੇ ਕਿਸਾਨਾਂ ਤੋਂ ਕਿਰਾਏ ਤੇ ਲੈਣੇ ਪੈਂਦੇ ਹਨ
ਅਤੇ ਮਹਿੰਗੇ ਰਸਾਇਣਕ ਖਾਦ ਅਤੇ ਕੀੜੇ ਮਾਰ ਦਵਾਈਆਂ ਵੀ ਬਾਜ਼ਾਰ ਤੋਂ ਖਰੀਦਣੀਆਂ ਪੈਂਦੀਆਂ ਹਨ ਅਤੇ ਇਹ ਸਭ ਨੂੰ ਜੋੜ ਕੇ ਅੰਤ ਵਿੱਚ ਛੋਟੇ ਕਿਸਾਨਾਂ ਦੀ ਅਸਲ ਬਚਤ ਬਹੁਤ ਘਟ ਜਾਂਦੀ ਹੈ। ਸੋ ਇਹਨਾਂ ਕਾਰਨਾਂ ਕਰਕੇ ਹੀ ਭਾਰਤੀ ਖੇਤੀ ਨੂੰ ਗੁਜ਼ਾਰਾ ਖੇਤੀ ਦਾ ਦਰਜਾ ਦਿੱਤਾ ਗਿਆ ਹੈ। ਵਣਾਂ ਅਤੇ ਚਰਗਾਹਾਂ ਦੇ ਘੱਟ ਹੋਣ ਕਾਰਨ ਮਿੱਟੀ ਕਟਾਅ ਦੇ ਨਾਲ ਇਹਨਾਂ ਦੇ ਕੁਦਰਤੀ ਉਪਜਾਊਪਨ ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਅਤੇ ਬੱਚਿਓ, ਇਸ ਤੋਂ ਬਾਅਦ ਅਸੀਂ ਕੀ ਦੇਖਦੇ ਹਾਂ ਕਿ ਸਾਡੇ ਜ਼ਿਆਦਾਤਰ ਕਿਸਾਨ ਅਨਪੜ੍ਹ ਹਨ, ਜਿਸ ਕਰਕੇ ਉਹ ਵਿਗਿਆਨਕ ਤਰੀਕੇ ਦੇ ਨਾਲ ਫਸਲ ਚੱਕਰ ਤਿਆਰ ਨਹੀਂ ਕਰ ਸਕਦੇ, ਜਿਸ ਨਾਲ ਮਿੱਟੀਆਂ ਦੀ ਜੋ ਉਪਜਾਊ ਸ਼ਕਤੀ ਹੈ ਉਹ ਵੀ ਘਟਦੀ ਜਾ ਰਹੀ ਹੈ ਅਤੇ ਉਪਜਾਊ ਸ਼ਕਤੀ ਘਟਣ ਦਾ ਇੱਕ ਤੀਸਰਾ ਮੁੱਖ ਕਾਰਨ ਹੈ ਸੰਘਣੀ ਖੇਤੀ ਦਾ ਸਿਲਸਿਲਾ ਅਪਣਾਉਣਾ। ਅਸੀਂ ਲਗਾਤਾਰ ਸੰਘਣੀ ਖੇਤੀ ਕਰ ਰਹੇ ਹਾਂ, ਜਿਸ ਨਾਲ ਖੇਤਾਂ ਵਿੱਚ ਸਾਰਾ ਸਾਲ ਕੋਈ ਨਾ ਕੋਈ ਫਸਲ ਖੜੀ ਰਹਿੰਦੀ ਹੈ ਅਤੇ ਇਸ ਦੇ ਕਾਰਨ ਮਿੱਟੀ ਵਿੱਚ ਜ਼ਿੰਕ, ਮੈਗਨੀਜ਼ ਅਤੇ ਲੋਹਾ ਜੋ ਹੈ ਉਹ ਬਾਹਰ ਨਿਕਲ ਆਉਂਦੇ ਹਨ ਅਤੇ ਮਿੱਟੀਆਂ ਦੇ ਉਪਜਾਊਪਨ ਨੂੰ ਬਣਾਏ ਰੱਖਣ ਲਈ ਕਿਸਾਨਾਂ ਨੂੰ ਬਾਰ-ਬਾਰ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਹੈ, ਜਿਸ ਦੇ ਨਾਲ ਬੱਚਿਓ ਜਦੋਂ ਅਸੀਂ ਲੰਮਾ ਸਮਾਂ ਇਸ ਤਰ੍ਹਾਂ ਕਰਦੇ ਰਹਾਂਗੇ ਤਾਂ ਸਾਡੀ ਮਿੱਟੀ ਇੱਕ ਦਿਨ ਬੰਜਰ ਹੋ ਜਾਵੇਗੀ। ਅਤੇ ਬੱਚਿਓ, ਜਿੱਥੇ ਇੱਕ ਪਾਸੇ ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਕਰਨਾਟਕਾ ਵਰਗੇ ਵੱਡੇ ਰਾਜਾਂ ਵਿੱਚ ਸਿੰਜਾਈ ਦੀਆਂ ਸੁਵਿਧਾਵਾਂ ਵਧਾਉਣ ਦੀ ਜ਼ਿਆਦਾ ਗੁੰਜਾਇਸ਼ ਹੈ, ਉੱਥੇ ਪੰਜਾਬ ਵਿੱਚ ਜ਼ਿਆਦਾ ਸਿੰਜਾਈ ਦੇ ਕਾਰਨ ਮਿੱਟੀਆਂ ਵਿੱਚ ਪਾਣੀ ਖੜਾ ਰਹਿਣ ਕਰਕੇ ਰੇਹੀ ਖੇਤਰ ਬਣਨ ਦੀ ਸਮੱਸਿਆ ਵਧਦੀ ਜਾ ਰਹੀ ਹੈ। ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੀ 1 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ ਇਸ ਨਾਲ ਮਾਰੂ ਹੋਈ ਹੈ। ਖੇਤੀ ਉਤਪਾਦਕਤਾ ਨੂੰ ਲੈ ਕੇ ਇੱਕ ਨਵੀਂ ਸਮੱਸਿਆ ਇਹ ਵੀ ਹੈ ਕਿ ਹਰੀ ਕ੍ਰਾਂਤੀ ਤੋਂ ਬਾਅਦ ਜਿੱਥੇ ਇੱਕ ਪਾਸੇ ਹਰੀ ਕ੍ਰਾਂਤੀ ਵਾਲੇ ਖੇਤਰ ਜਿਵੇਂ ਪੰਜਾਬ, ਹਰਿਆਣਾ ਆਦਿ ਦੇ ਖੇਤੀ ਉਤਪਾਦਨ ਵਿੱਚ ਵਾਧਾ ਹੋਇਆ ਹੈ, ਦੂਸਰੇ ਪਾਸੇ ਆਮ ਤੌਰ ਤੇ ਚੌਲ ਪੈਦਾ ਕਰਨ ਵਾਲੇ ਪੂਰਬੀ ਭਾਰਤ ਦੇ ਰਾਜ ਜਿਵੇਂ ਪੱਛਮੀ ਬੰਗਾਲ, ਉੜੀਸਾ, ਬਿਹਾਰ, ਝਾਰਖੰਡ ਤੇ ਅਸਾਮ ਰਾਜਾਂ ਦੇ ਖੇਤੀ ਉਤਪਾਦਨ ਵਿੱਚ ਘਾਟਾ ਨਜ਼ਰ ਆਇਆ ਹੈ। ਇਸ ਨਾਲ ਖੇਤੀ ਵਿਕਾਸ ਦੇ ਖੇਤਰੀ ਅਸੰਤੁਲਨ ਵਿੱਚ ਵਾਧਾ ਹੋਇਆ ਹੈ। ਇੱਕ ਹੋਰ ਤੱਥ ਵੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਹਰੀ ਕ੍ਰਾਂਤੀ ਦੇ ਖੇਤਰਾਂ ਵਿੱਚ ਵੀ ਖੇਤੀ ਉਤਪਾਦਨ ਵਿੱਚ ਇੱਕ ਠਹਿਰਾਅ ਜਿਹਾ ਆ ਗਿਆ ਹੈ। ਸੋ ਬੱਚਿਓ, ਇਹ ਸੀ ਅੱਜ ਦਾ ਸੈਸ਼ਨ ਤੇ ਇਸ ਤੋਂ ਬਾਅਦ ਹੁਣ ਅਸੀਂ ਇੱਕ ਛੋਟੀ ਜਿਹੀ ਐਕਸਰਸਾਈਜ਼ ਐਂਡ ਦੇ ਵਿੱਚ ਹੋਰ ਕਰਨ ਜਾ ਰਹੇ ਹਾਂ, ਜਿਸ ਨਾਲ ਅਸੀਂ ਅੱਜ ਦੇ ਪ੍ਰਾਪਤ ਆਪਣੇ ਗਿਆਨ ਨੂੰ ਚੈੱਕ ਕਰ ਸਕਦੇ ਹਾਂ। ਲੋ ਬੱਚਿਓ, ਪਹਿਲਾ ਕੁਐਸਚਨ ਹੈ ਕਿ ਖੇਤੀਬਾੜੀ ਖੇਤਰ ਤੋਂ ਦੇਸ਼ ਦੇ ਲਗਭਗ ਕਿੰਨੇ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ। ਸੋ ਬੱਚਿਓ, ਅਸੀਂ ਪੜ੍ਹਿਆ ਸੀ ਕਿ ਸਾਡੇ ਦੇਸ਼ ਵਿੱਚ ਖੇਤੀਬਾੜੀ ਖੇਤਰ ਤੋਂ ਦੇਸ਼ ਦੇ ਲਗਭਗ 2/3 ਮਜ਼ਦੂਰਾਂ ਜਾਂ ਮਜ਼ਦੂਰ ਫੈਮਲੀਜ਼ ਨੂੰ, ਪਰਿਵਾਰਾਂ ਨੂੰ ਰੁਜ਼ਗਾਰ ਮਿਲਦਾ ਹੈ। ਇਸ ਤੋਂ ਬਾਅਦ ਬੱਚਿਓ, ਨੈਕਸਟ ਕੁਐਸਚਨ ਹੈ ਕਿ ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਖੇਤੀ ਸੈਕਟਰ ਦਾ ਕਿੰਨਾ ਯੋਗਦਾਨ ਹੈ। ਉਹਨਾਂ ਦਾ ਰਾਸ਼ਟਰੀ ਆਮਦਨ ਵਿੱਚ ਲਗਭਗ ਜੋ ਹਿੱਸਾ ਹੈ ਉਹ 29% ਹੈ। ਸੋ ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਲਗਭਗ 29% ਹਿੱਸਾ ਖੇਤੀ ਸੈਕਟਰ ਤੋਂ ਆਉਂਦਾ ਹੈ। ਲੋ ਬੱਚਿਓ, ਭਾਰਤ ਵਿੱਚ ਖੇਤੀਬਾੜੀ ਦੀ ਗੱਲ ਕਰਦੇ ਸਮੇਂ ਕੇਵਲ ਡੈਸ਼ ਫਸਲਾਂ ਦੀ ਹੀ ਗੱਲ ਕੀਤੀ ਜਾਂਦੀ ਹੈ। ਸੋ ਬੱਚਿਓ, ਜਦੋਂ ਅਸੀਂ ਗੱਲ ਕਰਦੇ ਹਾਂ ਭਾਰਤੀ ਖੇਤੀਬਾੜੀ ਦੀ ਤੇ ਅਸੀਂ ਸੋਚਦੇ ਹਾਂ ਕਣਕ, ਚਾਵਲ, ਮੱਕੀ, ਗੰਨਾ, ਦਾਲਾਂ ਆਦਿ। ਸੋ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਇਹਨਾਂ ਨੂੰ ਖੁਰਾਕੀ ਫਸਲਾਂ ਕਿਹਾ ਜਾਂਦਾ ਹੈ। ਪਰ ਬੱਚਿਓ, ਅਸਲ ਵਿੱਚ ਇਸ ਤਰ੍ਹਾਂ ਨਹੀਂ ਹੈ। ਖੇਤੀਬਾੜੀ ਦੇ ਅਧੀਨ ਪਸ਼ੂ ਪਾਲਣ, ਮੱਛੀ ਪਾਲਣ, ਬਾਗਵਾਨੀ ਅਤੇ ਜੰਗਲਾਤ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਲੋ ਬੱਚਿਓ, ਹੁਣ ਅੱਗੇ ਚੱਲਦੇ ਹਾਂ ਤਾਂ ਦੇਖਦੇ ਹਾਂ ਕਿ ਜਨਸੰਖਿਆ ਵਧਣ ਨਾਲ ਖੇਤਾਂ ਦਾ ਆਕਾਰ ਵੀ ਵੱਧਦਾ ਰਹਿੰਦਾ ਹੈ। ਸੋ ਬੱਚਿਓ, ਜਨਸੰਖਿਆ ਵਧਣ ਦੇ ਨਾਲ ਖੇਤਾਂ ਦਾ ਆਕਾਰ ਨਹੀਂ ਜੀ ਘਟਦਾ ਹੈ, ਵੱਧਦਾ ਨਹੀਂ ਹੈ।
ਮੰਨ ਲਓ ਕਿਸੇ ਜ਼ਿਮੀਂਦਾਰ ਕੋਲ 10 ਕਿੱਲੇ ਜ਼ਮੀਨ ਦੇ ਹਨ ਤੇ ਜੇਕਰ ਉਸ ਦਾ ਇੱਕ ਬੇਟਾ ਹੈ ਤਾਂ ਉਹ 10 ਕਿੱਲੇ ਹੀ ਰਹਿ ਜਾਣਗੇ। ਜੇਕਰ ਉਸ ਦੇ 2 ਬੇਟੇ ਹੋ ਜਾਂਦੇ ਹਨ ਤਾਂ ਉਹ ਜ਼ਮੀਨ 10 ਦੀ ਥਾਂ ਹੁਣ 5-5 ਕਿੱਲੇ ਰਹਿ ਜਾਵੇਗੀ। ਸੋ ਬੱਚਿਓ, ਅੱਗੇ ਦੇਖਦੇ ਹਾਂ ਕਿ ਭਾਰਤ ਦੇ ਕਿਸਾਨਾਂ ਦੀ ਬਚਤ ਹਰ ਸਾਲ ਲਗਾਤਾਰ ਵਧ ਰਹੀ ਹੈ। ਰਸਾਇਣਿਕ ਖਾਦਾਂ ਦੀ ਅਸੀਂ ਵਰਤੋਂ ਕਰ ਰਹੇ ਹਾਂ, ਜਿਸ ਕਾਰਨ ਸਾਡੇ ਖਰਚੇ ਬਹੁਤ ਜ਼ਿਆਦਾ ਵਧ ਰਹੇ ਹਨ। ਅਸਲ ਦੇ ਵਿੱਚ ਸਾਡੀ ਸ਼ੁੱਧ ਬਚਤ ਘਟ ਰਹੀ ਹੈ। ਨੈਕਸਟ ਕੁਐਸਚਨ ਹੈ ਬੱਚਿਓ ਕਿ ਭਾਰਤ ਦੇ ਕਿਸਾਨਾਂ ਦੇ ਲਗਾਤਾਰ ਰਸਾਇਣਿਕ ਦਵਾਈਆਂ ਦੀ ਵਰਤੋਂ ਕਰਨ ਦੇ ਨਾਲ ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਸੋ ਇਹ ਬਿਲਕੁਲ ਠੀਕ ਹੈ। ਭਾਰਤ ਦੇ ਕਿਸਾਨਾਂ ਦੇ ਲਗਾਤਾਰ ਦਵਾਈਆਂ ਦੀ ਵਰਤੋਂ ਕਰਨ ਦੇ ਨਾਲ ਜੋ ਧਰਤੀ ਦੀ ਉਪਜਾਊ ਸ਼ਕਤੀ ਹੈ ਉਹ ਘਟ ਰਹੀ ਹੈ। ਸੋ ਸਾਨੂੰ ਖੇਤਾਂ ਦੇ ਵਿੱਚ ਘੱਟ ਤੋਂ ਘੱਟ ਜਾਂ ਲੋੜ ਅਨੁਸਾਰ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਬੱਚਿਓ ਨੈਕਸਟ ਕੁਐਸਚਨ ਹੈ ਕਿ ਕੀ ਅਸੀਂ ਕਿਸਾਨਾਂ ਦੀ ਘਟਦੀ ਅਸਲ ਬਚਤ ਦੇ ਬਾਵਜੂਦ ਭਾਰਤੀ ਖੇਤੀਬਾੜੀ ਨੂੰ ਵਪਾਰਕ ਖੇਤੀ ਕਹਿ ਸਕਦੇ ਹਾਂ? ਨਹੀਂ। ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਸਾਡੀਆਂ ਲਾਗਤਾਂ ਲਗਾਤਾਰ ਵਧ ਰਹੀਆਂ ਹਨ, ਉਸ ਦੇ ਅਨੁਸਾਰ ਅਸੀਂ ਜੋ ਸਾਡੀ ਖੇਤੀਬਾੜੀ ਹੈ ਉਹ ਸਿਰਫ ਗੁਜ਼ਾਰੇ ਵਾਲਾ ਧੰਦਾ ਹੀ ਬਣ ਕੇ ਰਹਿ ਗਈ ਹੈ। ਇਸ ਤੋਂ ਬਾਅਦ ਬੱਚਿਓ ਨੈਕਸਟ ਕੁਐਸਚਨ ਹੈ ਕਿ ਮਿੱਟੀਆਂ ਉੱਪਰ ਲਗਾਤਾਰ ਪਾਣੀ ਖੜਾ ਰਹਿਣ ਕਰਕੇ ਉਸ ਨੂੰ ਕਿਹੜਾ ਖੇਤਰ ਕਿਹਾ ਜਾਂਦਾ ਹੈ? ਸੋ ਜਿਸ ਮਿੱਟੀ ਉੱਪਰ, ਜਿਵੇਂ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕੀਤੀ ਸੀ, ਇਸ ਖੇਤਰ ਨੂੰ ਅਸੀਂ ਬੱਚਿਓ ਰੇਹੀ ਖੇਤਰ ਕਹਿੰਦੇ ਹਾਂ। ਹਰੀ ਕ੍ਰਾਂਤੀ ਕਾਰਨ ਸਾਡੀਆਂ ਫਸਲਾਂ ਦਾ ਉਤਪਾਦਨ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸੋ ਨਹੀਂ ਜੀ, ਪਹਿਲਾਂ ਤਾਂ ਵਧਿਆ ਸੀ ਪਰ ਹੁਣ ਸਾਡੀਆਂ ਫਸਲਾਂ ਦੇ ਉਤਪਾਦਨ ਵਿੱਚ ਠਹਿਰਾਅ ਆ ਗਿਆ ਹੈ, ਕਿਉਂਕਿ ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਅਸੀਂ ਵੱਧ ਤੋਂ ਵੱਧ ਖਾਦਾਂ ਦੀ ਵਰਤੋਂ ਕਰ ਰਹੇ ਹਾਂ, ਜਿਸ ਕਾਰਨ ਸਾਡੇ ਖਰਚੇ ਵੀ ਵੱਧ ਰਹੇ ਹਨ। ਸੋ ਬੱਚਿਓ, ਅੱਜ ਦੇ ਸੈਸ਼ਨ ਵਿੱਚ ਬਸ ਇੰਨਾ ਹੀ। ਅਖੀਰ ਵਿੱਚ ਮੈਂ ਆਪ ਸਭ ਦਾ ਅਤੇ ਖਾਸ ਕਰਕੇ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦਾ ਧੰਨਵਾਦੀ ਹਾਂ। ਥੈਂਕ ਯੂ ਬੱਚਿਓ। ਟੇਕ ਕੇਅਰ ਬੱਚਿਓ। ਗੁੱਡ ਲੱਕ ਬੱਚਿਓ।